प्यार भरी सत श्री अकाल, नमस्कार, आदाब। की हाल चाल ने प्यारे दोस्तों दे। उम्मीद करदा सारे ठीक ठाक होवोगे। मैं तुहाडा अपना दोस्त विपिन सुमन कैंपस प्रोग्राम लैके हाजिर हाँ। दोस्तों, आज़ादी दे अमृत महा उत्सव नूं समर्पित आल इंडिया रेडियो जलंधर वालों लायलपुर खालसा कॉलेज जलंधर विखे भाषण मुकाबला करवाया गया, जिस दे विच बहुत सारे विद्यार्थियों ने हिस्सा लिया। सो आओ फिर बिना किसी देरी दे सुनते हैं इन्हां विद्यार्थियों के विचार। Good morning to all of you. I am Disha from NSS Volunteer, All India Radio Jalandhar and NSS Unit Laipur Khalsa College organized contents to celebrate 75th Azadi Ka Mahotsav. Judge R. Mohammad Imtihaz, All India Radio Jalandhar. Satpal Singh, Department of English. Priyank Sharda, Department of Physiotherapies. Name, topic, then start. First participant Chahat. ਕਹਿੰਦੇ ਨੇ ਮੈਂ ਵੀਰ ਹਾਂ ਉਹਨਾਂ ਵੀਰਾਂ ਦਾ ਕੱਲੂ ਘਾਰੇ ਵਿੱਚ ਖਾਦੇ ਤੀਰਾਂ ਦਾ, ਮੈਨੂੰ ਮਾਣ ਹੈ ਉਹਨਾਂ ਭਰਾਵਾਂ ਤੇ ਜੋ ਚਿਣੇ ਗਏ ਨੇ ਵਿੱਚ ਦੀਵਾਰਾਂ ਦੇ। ਮੈਂ ਉਸ ਦਾਦੇ ਦਾ ਪੋਤਰਾ ਹਾਂ ਜਿਸ ਨੇ ਪਾਣੀ ਵਿੱਚ ਬਾਣੀ ਦਾ ਰਸ ਪਾ ਕੇ ਉਸ ਨੂੰ ਅੰਮ੍ਰਿਤ ਬਣਾ ਦਿੱਤਾ। ਲੋਕੀ ਲੱਭਦੇ ਨੇ ਲਾਲ ਪੱਥਰਾਂ ਚੋਂ, ਉਹਨੇ ਪੱਥਰਾਂ 'ਚ ਚਿਣਵਾ ਦਿੱਤਾ। ਸਭ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਨਾਮ ਚਾਹਤ ਸਖੂਜਾ ਤੇ ਮੈਂ BA ਜਰਨਲਿਜ਼ਮ ਦਾ ਵਿਦਿਆਰਥੀ ਹਾਂ ਤੇ ਅੱਜ ਦਾ ਮੇਰਾ ਬੋਲਣ ਦਾ ਵਿਸ਼ਾ ਹੈਗਾ ਜੀ ਮੇਰੇ ਸੁਪਨਿਆਂ ਦਾ ਭਾਰਤ। ਸੋ ਮੇਰੇ ਸੁਪਨਿਆਂ ਦਾ ਭਾਰਤ ਬਹੁਤ ਅਨੋਖਾ ਆ। ਉਮੀਦ ਆ ਕਿ ਤੁਹਾਨੂੰ ਵੀ ਮੇਰੇ ਸੁਪਨਿਆਂ ਦਾ ਭਾਰਤ ਜਿਵੇਂ ਕਿ ਮੈਂ ਆਪਣੇ ਦੇਸ਼ ਨੂੰ ਦੇਖਣਾ ਚਾਹੁੰਦਾ ਵਾਂ। ਮੈਂ ਅਜਿਹਾ ਦੇਸ਼ ਸਿਰਜਣਾ ਚਾਹੁੰਦਾ ਵਾਂ ਜਿਹਦੇ ਵਿੱਚ ਨਸ਼ਾ ਮੁਕਤੀ ਹੋਵੇ, ਜਿਹੜੇ ਲੋਕ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਮਿਲੇ। ਮੈਂ ਚਾਹੁੰਦਾ ਮੇਰੇ ਦੇਸ਼ ਅਜਿਹਾ ਹੋਵੇ ਜਿਹਨੂੰ ਲੋਕ ਮੁੜ ਸੋਨੇ ਦੀ ਚਿੜੀ ਕਹਿਣ। ਇੱਕ ਵੇਲਾ ਸੀਗਾ ਜਦ ਮੇਰੇ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਝਾਤ ਮਾਰ ਕੇ ਦੇਖੀ ਅੱਜ ਤੇ ਚਿੜੀ ਦੇਖਣ ਨੂੰ ਨਹੀਂ ਮਿਲਦੀ, ਕਿਉਂਕਿ ਅੱਜ ਸਾਡਾ ਰਹਿਣਾ ਸਹਿਣਾ ਅਜਿਹਾ ਹੋ ਚੁੱਕਾ ਕਿ ਅਸੀਂ ਆਪਣੇ ਮਨੋਰੰਜਨ ਦੇ ਵਾਸਤੇ ਪੰਛੀਆਂ ਦੀਆਂ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਜਾਨਵਰਾਂ ਦੀਆਂ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਡੋਰਾਂ ਦੀ ਆਪਾਂ ਵਰਤੋਂ ਕਰਦੇ ਹਾਂ, ਆਪਾਂ ਇੱਕ ਮਨੋਰੰਜਨ ਵਾਸਤੇ ਕਿਸੇ ਦੀ ਜਾਨ ਲੈਂਦੇ ਹਾਂ। ਸੋ ਕਿਰਪਾ ਕਰਕੇ ਅਸੀਂ ਇਹ ਅਜਿਹਾ ਮਾਹੌਲ ਸਿਰਜੀਏ ਕਿ ਆਪਣਾ ਇੰਟਰਟੇਨ ਵੀ ਕਰੀਏ, ਮਨੋਰੰਜਨ ਵੀ ਕਰੀਏ ਤੇ ਕਿਸੇ ਦੀਆਂ ਜਾਨਾਂ ਵੀ ਨਾ ਜਾਣ। ਮੈਂ ਚਾਹੁੰਦਾ ਮੇਰਾ ਦੇਸ਼ ਅਜਿਹਾ ਬਣੇ ਜਿਸ ਦੇ ਦਰਿਆ ਬਹੁਤ ਸੋਹਣੇ ਹੋਣ। ਅੱਜ ਦਰਿਆ ਤੁਸੀਂ ਝਾਤ ਮਾਰ ਕੇ ਦੇਖੋ, ਸਾਡੇ ਦਰਿਆਵਾਂ ਨੂੰ ਅੰਮ੍ਰਿਤ ਕਿਹਾ ਜਾਂਦਾ ਸੀ। ਅਸੀਂ ਸਤਲੁਜ ਦਾ ਪਾਣੀ ਪੀਂਦੇ ਸੀ, ਦਰਿਆਵਾਂ ਨੂੰ ਅਸੀਂ ਅੰਮ੍ਰਿਤ ਦਾ ਪਾਣੀ ਕਹਿੰਦੇ ਸੀ, ਪਰ ਅੱਜ ਉਹ ਪਾਣੀ ਪੀਣ ਦੇ ਲਾਇਕ ਹੈ। ਅਸੀਂ ਉਸ ਕਰਮ ਕਾਂਡਾਂ ਵਿੱਚ ਫਸ ਚੁੱਕੇ ਹਾਂ ਜਿਹਦੇ ਵਿੱਚ ਅਸੀਂ ਪਲਾਸਟਿਕ ਪਾਣੀ ਸ਼ੁਰੂ ਕਰ ਦਿੱਤੀ, ਆਟਾ ਪਾਣਾ ਸ਼ੁਰੂ ਕਰ ਦਿੱਤਾ, ਦਾਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ। ਪਰ ਅਜਿਹੇ ਕਰਮ ਕਾਂਡਾਂ ਨਾਲ ਸਾਡਾ ਦੇਸ਼ ਵਿਕਸਿਤ ਨਹੀਂ ਹੋਣਾ। ਕੈਨੇਡਾ ਵਰਗੇ ਦੇਸ਼ਾਂ 'ਚ ਜਾਈਏ ਨਾ, ਉੱਥੇ ਮੂੰਹ ਅੱਡੇ ਰਹਿ ਜਾਂਦੇ, ਇੰਨਾ ਅਨੁਸ਼ਾਸਨ। ਬਹੁਤ ਸਾਰੇ ਚਾਹੁੰਦੇ ਆ ਕਿ ਕੈਨੇਡਾ ਬਣੇ, ਪਰ ਜਦ ਭਾਰਤ ਦੇਸ਼ ਦੇ ਵਿੱਚ ਸਾਡੀਆਂ ਸਰਕਾਰਾਂ ਕੁਝ ਕਰਦੀਆਂ ਨੇ ਕਿ ਇੰਨਾ ਜੁਰਮਾਨਾ ਹੋਵੇਗਾ, ਸ਼ਰਾਬ ਪੀਣ ਵਾਲੇ ਨੂੰ ਗੱਡੀ ਚਲਾਉਣ ਨੂੰ ਇੰਨਾ ਜੁਰਮਾਨਾ ਹੋਵੇਗਾ, ਬਟ ਆਪਾਂ ਉਦੋਂ ਕੀ ਕਹਿੰਦੇ ਆ, ਨਹੀਂ ਜੀ ਇਹ ਤਾਂ ਗਲਤ ਗੱਲ ਆ। ਪਰ ਜਦ ਆਪਾਂ ਉੱਥੇ ਜਾਂਦੇ ਆ, ਅਸੀਂ ਅਨੁਸ਼ਾਸਨ ਦੇ ਵਿੱਚ ਰਹਿਣਾ ਪਸੰਦ ਕਰਦੇ ਆ। ਉੱਥੇ ਗੱਡੀਆਂ ਲਾਈਨ 'ਚ ਜਾਂਦੀਆਂ ਨੇ। ਅਜਿਹੀ ਪਿੱਛੇ ਐਗਜ਼ਾਮਪਲ ਦੇ ਤੌਰ 'ਤੇ ਜੇਕਰ ਗੱਲ ਕਰੀਏ, ਪਿੱਛੇ ਸਾਡੀ ਗਵਰਨਮੈਂਟ ਨੇ ਕਿਹਾ ਸੀਗਾ ਕਿ ਜਿਹੜਾ ਹੈਲਮਟ ਨਹੀਂ ਪਾਊਗਾ ਉਹਨੂੰ 5000 ਜੁਰਮਾਨੇ ਦੀ ਜਿਹੜੀ ਕੀਮਤ ਸੀ ਵਧਾਤੀ ਸੀ, ਕਿਉਂਕਿ ਲੋਕ ਉਸ ਨਾਲ ਡਰ ਕੇ ਆਪਣਾ ਜਿਹੜਾ ਰਹਿਣਾ ਸਹਿਣਾ ਉਹ ਚੇਂਜ ਕਰ ਸਕਦੇ ਸੀ। ਪਰ ਅਸੀਂ ਕੀ ਕੀਤਾ, ਸਾਡੇ ਲੋਕਾਂ ਨੇ ਬਾਈਕਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਪਰ ਕਿਤੇ ਨਾ ਕਿਤੇ ਸਾਨੂੰ ਸਾਥ ਦੇਣਾ ਚਾਹੀਦਾ ਸਰਕਾਰਾਂ ਦਾ। ਹਰ ਵੇਲੇ ਸਰਕਾਰਾਂ ਗਲਤ ਨਹੀਂ ਹੁੰਦੀਆਂ। ਮੈਂ ਕਿਸੇ ਪਾਰਟੀ ਦੀ ਕਹਿ ਲਓ ਕਿ ਹਮਾਇਤ ਨਹੀਂ ਕਰਦਾ, ਪਰ ਕਿਤੇ ਨਾ ਕਿਤੇ ਸਾਨੂੰ ਇੱਕ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਵਾ। ਅੱਜ ਮੈਂ ਚਾਹੁੰਦਾ ਮੇਰੇ ਸੁਪਨਿਆਂ ਦਾ ਭਾਰਤ ਅਜਿਹਾ ਜਿੱਥੇ ਹਰ ਇੱਕ ਨੌਜਵਾਨ ਪੜ੍ਹਿਆ ਲਿਖਿਆ ਹੋਵੇ। ਪੜ੍ਹਿਆ ਲਿਖਿਆ ਤੋਂ ਭਾਵ ਅਸੀਂ ਅੱਜ ਵਹਿਮਾਂ ਭਰਮਾਂ 'ਚ ਪੈ ਗਏ ਹਾਂ। ਅਸੀਂ ਇੱਕ ਪੰਡਤਾਂ ਬਾਬਿਆਂ ਤੋਂ ਜਾ ਕੇ ਆਪਣੇ ਹੱਥ ਦਿਖਾਉਂਦੇ ਜੀ ਆਈਲੈਟਸ ਹੋ ਜਾਵੇ, 10ਵੀਂ ਫੇਲ ਆ, ਤੁਹਾਨੂੰ ਪਾਸ ਕਿਵੇਂ ਕਰਾ ਸਕਦਾ ਵਾ। ਸੋ ਸਾਨੂੰ ਇਹ ਥੋੜਾ ਸੋਚਣਾ ਚਾਹੀਦਾ, ਇੱਕ ਆਪਣਾ ਪੜ੍ਹਿਆ ਲਿਖਿਆ ਦੇਸ਼ ਬਣਾਉਣਾ ਚਾਹੀਦਾ ਵਾ। ਇੱਕ ਨਸ਼ਾ ਮੁਕਤੀ ਹੋਣਾ ਚਾਹੀਦਾ ਸਾਡਾ ਦੇਸ਼। ਅੱਜ ਨੌਜਵਾਨ ਅਸੀਂ ਦੇਖਦੇ ਹਾਂ, ਅੱਜ ਦੇਸ਼ ਭਗਤ ਨਹੀਂ ਮਿਲਣਾ, ਭਗਤ ਸਿੰਘ ਨਹੀਂ ਮਿਲਣਾ। ਅੱਜ ਹਰ ਕੋਈ ਚਾਹੁੰਦਾ ਸਾਡੇ ਦੇਸ਼ ਦੇ ਵਿੱਚ ਭਗਤ ਸਿੰਘ ਆਵੇ, ਪਰ ਸਾਡੇ ਘਰ ਨਹੀਂ, ਗਵਾਂਢੀਆਂ ਦੇ ਘਰੇ। ਸਾਰੇ ਚਾਹੁੰਦੇ ਆ ਕਿ ਸਾਡੇ ਸ਼ਹੀਦ ਹੋਣ, ਪਰ ਅੱਜ ਤੁਸੀਂ ਝਾਤ ਮਾਰ ਕੇ ਦੇਖਿਓ, ਅੱਜ ਆਪਣੇ ਪੇਰੈਂਟਸ ਨਾਲ ਪਿਆਰ ਹੈਗਾ। ਦੇਸ਼ ਦੀ ਤਾਂ ਬਹੁਤ ਦੂਰ ਦੀ ਗੱਲ ਆ, ਅੱਜ ਆਪਾਂ ਨੂੰ ਆਪਣੇ ਪੇਰੈਂਟਸ ਨਾਲ ਪਿਆਰ ਨਹੀਂ ਹੈਗਾ। ਉਹਦੀ ਐਗਜ਼ਾਮਪਲ ਦੇ ਤੌਰ ਤੇ ਦੇਖੀਏ ਤੇ ਵਿਰਧ ਆਸ਼ਰਮ 'ਚ ਵੱਧਦੀਆਂ ਮਾਵਾਂ ਦੀਆਂ ਗਿਣਤੀਆਂ ਸਾਨੂੰ ਦੱਸਦੀਆਂ ਕਿ ਸਾਡਾ ਕਿੰਨਾ ਕੁ ਪਿਆਰ ਰਹਿ ਚੁੱਕਾ ਆਪਣੀ ਮਾਵਾਂ ਦੇ ਨਾਲ। ਅਸੀਂ ਆਪਣੇ ਦੇਸ਼ ਨਾਲ ਪਿਆਰ ਨਹੀਂ ਕਰ ਸਕਦੇ। ਅੱਜ ਉਹ ਕੁੱਖਾਂ ਹੀ ਨੇ ਜਿਹੜੀਆਂ ਭਗਤ ਸਿੰਘ ਜੰਮਣ, ਕਿਉਂਕਿ ਮੈਂ ਚਾਹੁੰਦਾ ਮੇਰਾ ਦੇਸ਼ ਅਜਿਹਾ ਬਣੇ ਜਿੱਥੇ ਜਾਤ ਪਾਤ ਨਾ ਹੋਵੇ, ਜਿੱਥੇ ਹਰ ਇੱਕ ਵਰਗ ਦੇ ਲੋਕਾਂ ਨੂੰ ਇੱਜ਼ਤ ਮਿਲੇ। ਅੱਜ ਇੱਕ ਜੈਂਡਰ ਦੀ ਗੱਲ ਕਰੀਏ, ਮੇਲ ਆਉਂਦੇ ਆ, ਫੀਮੇਲ ਆਉਂਦੇ, ਇੱਕ ਤੀਸਰੇ ਟਰਾਂਸਜੈਂਡਰਸ ਵੀ ਆਉਂਦੇ ਆ, ਕਿ ਅਸੀਂ ਉਹ ਵਾਲੀ ਇੱਜ਼ਤ ਉਹਨਾਂ ਨੂੰ ਦੇ ਪਾਉਂਦੇ ਆ।
ਅੱਜ ਉਹਨਾਂ ਦਾ ਰਹਿਣਾ ਇਸ ਦੇਸ਼ ਦੇ ਵਿੱਚ ਔਖਾ ਹੋ ਚੁੱਕਿਆ ਵਾ। ਅੱਜ ਦੇਖਦੇ ਹਾਂ ਕਿ ਇੱਕ ਪਿੱਛੇ ਜੇ ਇੱਕ ਖਬਰ ਆਈ ਸੀ ਜਿੱਥੇ ਕਿ 7ਵੀਂ ਜਮਾਤ 'ਚ ਪੜ੍ਹਦਾ ਇੱਕ ਵਿਦਿਆਰਥੀ ਨੇ ਸੁਸਾਈਡ ਕਰ ਲਿਆ ਕਿ ਉਹਨੂੰ ਡਰ ਸੀਗਾ, ਬੱਚਿਆਂ ਨੂੰ ਗੇ ਕਹਿੰਦੇ ਸੀਗੇ। ਕਿ ਮਤਲਬ ਆਪਾਂ ਅਜਿਹੀ ਕਮਿਊਨਿਟੀ ਨੂੰ ਵੀ ਬਹੁਤ ਪਿਆਰ ਦਈਏ, ਉਹਨਾਂ ਨੂੰ ਇੱਜ਼ਤ ਦਈਏ, ਕਿਉਂਕਿ ਇਹ ਪਰਮਾਤਮਾ ਵੱਲੋਂ ਬਖਸ਼ੀ ਦਾਤ ਆ। ਕਿਉਂਕਿ ਪਰਮਾਤਮਾ ਦੇ ਇਲਾਵਾ ਕਹਿੰਦੇ ਨਾ ਪਰਮਾਤਮਾ ਤੋਂ ਬਿਨਾਂ ਕੋਈ ਪੱਤਾ ਵੀ ਨਹੀਂ ਹਿਲਦਾ। ਸੋ ਇਹ ਪਰਮਾਤਮਾ ਵੱਲੋਂ ਗੁਣ ਆ, ਉਹਨਾਂ ਦੇ ਹਾਰਮੋਨਸ ਇਹੋ ਜਿਹੇ ਆ ਕਿ ਉਹਨਾਂ ਨੂੰ ਅਜਿਹੇ ਕੰਮ ਕਰਨੇ ਪੈਂਦੇ ਨੇ। ਮਤਲਬ ਕਿ ਆਪਾਂ ਉਹਨਾਂ ਨੂੰ ਇੱਜ਼ਤ ਦਈਏ। ਆਪਾਂ ਅੱਜ ਸਾਰੇ ਬੈਠੇ ਆ, ਜੇਕਰ ਅਸੀਂ ਮਾਹੌਲ ਨੂੰ ਸਿਰਜਾਂਗੇ ਤਾਂ ਮੇਰਾ ਭਾਰਤ ਅਜਿਹਾ ਹੀ ਸਿਰਜਿਆ ਜਾਵੇਗਾ। ਤੇ ਜੇਕਰ ਗੱਲ ਕਰੀਏ ਅਸੀਂ ਦੁਸ਼ਹਿਰੇ ਤੇ ਰਾਵਣ ਜਲਾਉਂਦੇ ਆ, ਹਨਾ, ਰਾਵਣ ਜਲਾਓ, ਮੈਂ ਕਹਿੰਦਾ ਜਿਹਨੂੰ ਆਪਾਂ ਜਲਾਉਂਦੇ ਉਹ ਤਾਂ ਰਾਵਣ ਹੈਗਾ ਵਾ, ਪਰ ਜਿਹੜਾ ਉਹਨੂੰ ਅੱਗ ਲਾਉਂਦਾ ਕੀ ਉਹ ਰਾਮ ਹੈ? ਉਹਦੇ ਵਿੱਚ ਉਹ ਕੁਆਲਿਟੀਜ਼ ਹੈਗੀਆਂ ਜਿਹੜਾ ਰਾਵਣ ਨੂੰ ਅੱਗ ਲਾਉਂਦਾ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਅੰਦਰਲੇ ਰਾਵਣ ਨੂੰ ਮਾਰਨ ਦੀ ਲੋੜ ਹੈ, ਜੋ ਕਿ ਇੱਕ ਸਾਡੇ ਅੰਦਰ ਭ੍ਰਿਸ਼ਟਾਚਾਰ ਭਰਿਆ ਹੋਇਆ ਵਾ, ਸਾਡੇ ਵਿੱਚ ਹੰਕਾਰ ਭਰਿਆ ਹੋਇਆ ਵਾ। ਗੁਰੂ ਨਾਨਕ ਪਾਤਸ਼ਾਹ ਦੇ 3 ਸਿਧਾਂਤ ਸੀਗੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਜੇਕਰ ਇਹ 3 ਸਿਧਾਂਤ ਸਾਡੇ ਜੀਵਨ ਦੇ ਵਿੱਚ ਹਰ ਇੱਕ ਨੌਜਵਾਨ ਅਪਣਾਏ ਨਾ, ਤੇ ਮੈਨੂੰ ਲੱਗਦਾ ਕਿ ਕਾਮਯਾਬ ਹੋ ਸਕਦਾ ਸਾਡਾ ਦੇਸ਼। ਕਿਉਂਕਿ ਗੁਰੂ ਨਾਨਕ ਨੇ ਸਾਨੂੰ ਇਕੱਲਾ ਵਿਹਲਾ ਨਹੀਂ ਸਿਖਾਇਆ, ਸਭ ਤੋਂ ਪਹਿਲਾਂ ਕਿਰਤੀ ਬਣਾਉਣਾ ਸਿਖਾਇਆ ਕਿ ਹੱਕ ਦਾ ਖਾਓ, ਹੱਕ ਦੀ ਮਿਹਨਤ ਕਰੋਗੇ ਤਾਂ ਤੁਸੀਂ ਕੁਝ ਕਰ ਪਾਓਗੇ। ਨਾਮ ਜਪੋ, ਤੇ ਜਿਹਨੇ ਸਾਨੂੰ 9 ਮਹੀਨੇ ਸਾਡੇ ਰੱਬ ਨੇ ਸਾਨੂੰ ਢਿੱਡ 'ਚ ਪਾਲਿਆ ਤੇ ਉਹਨੂੰ ਵੀ ਜਪਣਾ ਬਹੁਤ ਜ਼ਰੂਰੀ ਹੈ। ਤੇ ਵੰਡ ਕੇ ਛਕੋ, ਦਸਵੰਧ ਕੱਢੋ ਆਪਣਾ। ਕਿਉਂਕਿ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਕਿ ਤੁਸੀਂ ਗੁਰਦੁਆਰੇ ਮੰਦਿਰਾਂ 'ਚ ਦਿਓ, ਕਿਸੇ ਗਰੀਬ ਦੀ ਮਦਦ ਕਰੋ ਜਿਹਦੇ ਨਾਲ ਕਿ ਉਹ ਉੱਠ ਸਕੇ। ਜ਼ਰੂਰੀ ਨਹੀਂ ਹੁੰਦਾ ਦਸਵੰਧ ਜਿਹੜਾ ਪੈਸਿਆਂ ਨਾਲ ਹੋਵੇ, ਕਿਸੇ ਨੂੰ ਖੁਸ਼ੀ ਦੇ ਦਿਓ, ਕਿਸੇ ਨੂੰ ਕੰਮਕਾਰ ਦੇ ਦਿਓ, ਜਿਹੜਾ ਬੱਚਾ ਨਹੀਂ ਪੜ੍ਹਦਾ ਉਹਨੂੰ ਇੱਕ ਪੜ੍ਹਾਈ ਦੇ ਦਿਓ, ਹਨਾ। ਸੋ ਇਦਾਂ ਆਪਣੇ ਆਪਾਂ ਦੇਸ਼ ਨੂੰ ਸਿਰਜ ਸਕਦੇ ਹਾਂ। ਤੇ ਜੇਕਰ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਇੱਕ ਬਲਾਤਕਾਰ ਦੀ ਗਿਣਤੀ ਵੱਧਦੀ ਨਜ਼ਰ ਆ ਰਹੀ ਆ। ਇੱਕ ਕੁੜੀ ਜਿਹਦੇ ਲਈ ਇੱਜ਼ਤ ਹੀ ਸਭ ਕੁਝ ਹੁੰਦਾ, ਪਰ ਜਦ ਕਿਸੇ ਕੁੜੀ ਦੀ ਇੱਜ਼ਤ ਲੁੱਟੀ ਜਾਂਦੀ ਹੈ ਦੁੱਖ ਬਹੁਤ ਲੱਗਦਾ। ਕਹਿਣਾ ਸੌਖਾ, ਅਸੀਂ ਮੋਮਬੱਤੀਆਂ ਲੈ ਕੇ ਖੜੇ ਹੋ ਜਾਂਦੇ ਹਾਂ, ਪਰ ਕਿਤੇ ਨਾ ਕਿਤੇ ਆਪਾਂ ਆਪਣੀ ਪੜ੍ਹਾਈ ਦੇ ਨਾਲ, ਕਿਤੇ ਨਾ ਕਿਤੇ ਆਪਾਂ ਜਿਹੜੀ ਐਕਟੀਵਿਟੀਜ਼ ਕਰਦੇ, ਜਿਵੇਂ ਮੈਂ ਇੱਕ ਐਕਟਰ ਦੇ ਤੌਰ ਤੇ ਆਪਾਂ ਨੁੱਕੜ ਨਾਟਕ ਕਰਦੇ ਹਾਂ ਤੇ ਗਲੀਆਂ 'ਚ ਜਾ ਕੇ ਦੱਸੀਏ, ਆਪਣੇ ਮੁੰਡਿਆਂ ਨੂੰ ਐਜੂਕੇਟ ਕਰੀਏ। ਆਪਾਂ ਕੁੜੀਆਂ ਨੂੰ ਸਮਝਾਉਂਦੇ ਹਾਂ ਕਿ ਤੁਸੀਂ ਕੱਲੀਆਂ ਨਾ ਜਾਓ, ਬਟ ਮੁੰਡਿਆਂ ਨੂੰ ਐਜੂਕੇਟ ਕਰੀਏ ਕਿ ਪੁੱਤ ਕਿਸੇ ਦੀਆਂ ਧੀਆਂ ਵੱਲ ਗੰਦੀ ਨਜ਼ਰ ਦੇ ਨਾਲ ਨਹੀਂ ਦੇਖਣਾ। ਅੱਜ ਮੇਰਾ ਜਿਹੜਾ ਵਿਸ਼ਾ ਹੈ ਥੋੜਾ ਹਟ ਕੇ ਲੱਗਾ ਹੋਊਗਾ, ਤੇ ਆਪਾਂ ਸਾਰੇ ਨੌਜਵਾਨ ਬੈਠੇ, ਸਾਡਾ ਫਰਜ਼ ਬਣਦਾ ਕਿ ਅਸੀਂ ਮਿਲ ਜੁਲ ਕੇ ਅਜਿਹਾ ਭਾਰਤ ਸਿਰਜੀਏ ਜਿੱਥੇ ਕਿ ਸਾਰਿਆਂ ਨੂੰ ਇੱਜ਼ਤ ਮਿਲੇ। ਧੰਨਵਾਦ। ਬਹੁਤ ਵਧੀਆ ਚਾਹਤ ਨੇ ਬੋਲਿਆ ਤੇ ਉਹਨਾਂ ਦੇ ਪੁਆਇੰਟ ਆਫ View ਨੂੰ ਤੁਸੀਂ ਪਲੀਜ਼ ਸਮਝਿਓ। ਐਂਡ ਨੈਕਸਟ ਪਾਰਟਿਸਿਪੈਂਟ ਹੈਗੇ ਆ ਇਸ਼ਾਨੀ ਲਾਲ। A very good morning, I am Ishani and I am here to present my views on the new she. A young girl at the age of 18 gets married, sacrificing her goals, her dreams, prove her obedience to her parents. It was not a successful marriage, yet she never complained. Well, that's the idea of how most of the people in India, a developing nation, want a woman to be. Ironic, right? But today, the warrior is the huntress who hunts herself. The new she is everything that the women have been fighting for over centuries and centuries. She is fearless, she is empowered, she is proudly opinionated, fabulous in the ways that can make an atheist believe in goddesses. She is reluctant to take any disgrace, for she knows that she is the glory for her parents, her children and her mate. Years have passed and people have changed, they have grown, but the mentality, it grows slower than the age, and that's the fact of sheer disappointment. Hilarious that the society is already terrified of this new and empowered woman in just a matter of years. So now what? Now they have decided to control her, make choices for her and her body. You guys want an example? Here it is. These are some dialogue exchanges you might come across among any group of people where a woman is present, regardless of the caste, the creed, the religion or the region they belong to. It goes, I don't want children. You are for streets. I can't conceive. What a disappointment, jeez. I want an abortion. Don't even think of it. We all sitting here seems to be well aware of this burning issue from the US. When women decided to reign, the men decided to control yet again. After all those years of feminist movements, when we thought our efforts have gained fruits, all the men and women can now enjoy equity and equality, the things went downhill. Abortion is banned with no exception to rape or incest, says the new US law of abortion. Men sitting in a conference hall decided to make decision for all those women, all those to whom they know and they don't know. And what an audacity they hold. They talk about fatal rights, but can't even control the infant mortality rate of the nation like US, which is known as the most developed country. That says a lot more than what I can word right now.
People always tend to abide others with the pronouns they use. She, her was used to frame someone as fatal or weak. But today, she, her owns the cloud and is resilient without any doubt. As Michelle Obama said, and I will love to quote, "There is no limit to what we as women can accomplish." The new she is fierce and will definitely pave her way out of this filthy puddle of the controlling society, as she knows that she is free to do what she wants and she is free not to do it. Thank you. Very nice performance. And next participant, Tasha Arora. औरत मोहताज नहीं किसी गुलाब की, औरत मोहताज नहीं किसी गुलाब की, वो खुद बागबान है इस कायनात की. A very warm good morning to one and all. I am Ritisha Arora and today I am going to present my topic, the new she, the topic that is most important to be discussed in the society. In our Indian society, you know what, all the people are talking about Indian girls, that they are dependent and they should be dependent. Why they should be dependent? If they will be independent, they will at the higher position than a man. I am not able to understand this concept, why woman is enemy of another woman. Only the aunties in the street are talking about it. I am really not able to understand this thing, why it is that we are enemy of each other. We need to understand this thing. In our Indian society, we talk about बेटी हुई है घर में, बाप संभाल ही लेगा. बेटी हुई है घर में, बाप संभाल ही लेगा. शादी करके जाएगी तो पति संभाल लेगा. और आगे बेटा ही होना चाहिए ताकि अपने माँ बाप को संभाल सके. Really, I am just fed up of all these topics. And it's just enough to talk about this. Women, it's too much need to understand the topic. It's too much important to understand this. As it's enough. We need to be independent financially, physically and mentally. You don't have to be independent on the men of your life. It's time to stand up and just raise your voice. Even I can take my own example. I am as a home baker, I am working and I am just earning so that I can fulfill all my responsibilities towards my parents. And I'll inspire you all with this thing. Further, I would like to discuss that why we are not able to independent. I think the cause of this is lack of opportunity for women in the society. Lack of opportunity is like where men have thousands of options for the job. Maybe women have only 5 options. In this point, we have lack of opportunity and we are fighting, we are elbowing each other to reach at that position. No, that's exactly wrong, sister. It is not like that. Today, if we'll create opportunities for each other, we will grow more sisterhood and we will develop our country. We will develop the thinking of Indians. You know what? In 2018, it was counted that there were 88 rapes daily in India. And in Delhi in 2019, it was counted that after 15 minutes, a single rape. And you know what? The most interesting thing is that you can't count the rate of domestic violence because the woman is silent. Silence? Is it all about silence? No, it isn't about silence. How many of us vote these days? I don't think that even we think about it. But it was the time when women suffered more for our voting rights. So each and every generation of women has responsibility for our future daughters and granddaughters. And at last but not the least, I would like to say that it's time to change the world. Do something for yourself. No one is going to do. Flaws are fine. No one is perfect. No one. Step out of the history that is holding you back. Step out of the history that is holding you back. Step into the new story you are willing to create. Thank you. Very nice performance. Next participant is Rajveer Kaur. ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ BA ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ 5ਵੇਂ ਸਮੈਸਟਰ ਦੀ ਵਿਦਿਆਰਥਣ ਹਾਂ। ਮੇਰਾ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਇੰਡੀਆ ਅਹੈਡ, ਜਿਸ ਵਿੱਚ ਮੈਂ ਭਾਰਤ ਦੇ
ਆਉਣ ਵਾਲੇ ਸਮੇਂ ਦੀ ਗੱਲ ਕਰਾਂਗੀ ਕਿ ਭਾਰਤ ਦੇ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਕੀ ਸਥਿਤੀ ਹੋਵੇਗੀ। ਇਸ ਦੇ ਲਈ ਮੈਂ ਤੁਹਾਡੇ ਸਾਹਮਣੇ ਭਾਰਤ ਦੇ ਅਜਿਹੇ 2-3 ਸੈਕਟਰ ਸਾਹਮਣੇ ਰੱਖਾਂਗੀ ਜਿਸ ਤੋਂ ਤੁਹਾਨੂੰ ਭਾਰਤ ਦੇ ਆਉਣ ਵਾਲੇ ਸਮੇਂ ਦੀ ਸਥਿਤੀ ਸਪਸ਼ਟ ਹੋ ਜਾਵੇਗੀ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਸਪੇਸ ਦੀ। ਜਦੋਂ ਵੀ ਅਸੀਂ ਸਪੇਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇਸਰੋ ਦਾ ਨਾਮ ਆਉਂਦਾ ਹੈ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੀ ਮਿਹਨਤ ਸਦਕਾ ਇਸਨੇ ਸਾਨੂੰ ਅਜਿਹੇ ਕਾਮਯਾਬ ਸਪੇਸ ਪ੍ਰੋਗਰਾਮ ਦਿੱਤੇ ਹਨ ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਖਿੱਚ ਪਾਈ ਹੈ। ਜੇ ਗੱਲ ਮੰਗਲਯਾਨ ਦੀ ਕਰੀਏ, ਚੰਦਰਯਾਨ 2 ਦੀ ਕਰੀਏ, ਐਸਟ੍ਰੋਸੈਟ ਮਿਸ਼ਨ ਦੀ ਗੱਲ ਕਰੀਏ, ਆਦਿਤਿਆ L1 ਮਿਸ਼ਨ ਦੀ ਗੱਲ ਕਰੀਏ, ਆਉਣ ਵਾਲੇ ਸਮੇਂ ਵਿੱਚ ਵੀ ਇਸਰੋ ਬਹੁਤ 3 ਨਵੇਂ ਪ੍ਰੋਜੈਕਟ ਲੈ ਕੇ ਆ ਰਿਹਾ ਹੈ, ਗਗਨਯਾਨ, ਚੰਦਰਯਾਨ 3 ਅਤੇ ਆਦਿਤਿਆ L1 ਮਿਸ਼ਨ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਮਿਸ਼ਨ ਜਿਹੜੇ ਨੇ ਭਾਰਤ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣਗੇ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਡਿਜੀਟਲ ਭਾਰਤ ਦੀ, ਡਿਜੀਟਲ ਭਾਰਤ ਦੀ ਜਰਨੀ ਨੇ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਦਿੱਤੀ ਹੈ। ਇਸਨੇ ਸਾਨੂੰ ਦੂਜੇ ਦੇਸ਼ਾਂ ਨਾਲੋਂ ਵੱਖ ਕੀਤਾ ਹੈ। ਇਸਨੇ ਭਾਰਤ ਦੇ ਨਾਗਰਿਕਾਂ ਨੂੰ ਡਿਜੀਟਲ ਪਲੇਟਫਾਰਮਸ ਮੁਹੱਈਆ ਕਰਵਾਏ ਹਨ ਅਤੇ ਇਹਨਾਂ ਦੀ ਪਹੁੰਚ ਵਿੱਚ ਸੁਧਾਰ ਕੀਤਾ ਹੈ। ਇਸਨੇ ਭਾਰਤ ਦੀ 99% ਆਬਾਦੀ ਨੂੰ ਕਵਰ ਕੀਤਾ ਹੈ। 1 ਜੁਲਾਈ 2015 ਨੂੰ ਲਾਂਚ ਹੋਇਆ ਇਹ ਪ੍ਰੋਗਰਾਮ ਆਪਣੇ 6 ਸਾਲਾਂ ਵਿੱਚ ਬਹੁਤ ਕੁਝ ਪ੍ਰਾਪਤ ਕਰ ਚੁੱਕਾ ਹੈ ਅਤੇ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ। ਬ੍ਰੌਡਬੈਂਡ ਹਾਈਵੇਜ਼, UPI, ਈ-ਗਵਰਨੈਂਸ, मोबाइल कनैक्टिविटी, इंटरनेट एक्सेसिबिलिटी, जैम ट्रिनिटी, जनधन योजना, आधार ਅਤੇ मोबाइल वर्गे प्रोग्राम्स ने भारत ਨੂੰ डिजिटल क्रांति ਦਿੱਤੀ है। जिस ਦੇ मैं फ्यूचर की गल करा, डिजिटल भारत ਦੇ फ्यूचर ਦੇ ਨਾਲ ਭਾਰਤ ਦੇ ਵਿੱਚ ऑनलाइन गेमिंग इंडस्ट्री आ सकती है जो 40% तक सालाना विकास कर सकती है। इस ਦੇ ਨਾਲ ਹੀ ਭਾਰਤ ਦੇ ਵਿੱਚ ਨਵੇਂ गेमिंग स्टार्टअप्स भी शुरू हो सकते हैं। 2025 तक $30.7 ਮਿਲੀਅਨ ਦੀ ਇਹ ਮਾਰਕੀਟ ਬਣ ਸਕਦਾ ਹੈ ਅਤੇ ਅਰਥ ਵਿਵਸਥਾ ਵਿੱਚ $5 ਟ੍ਰਿਲੀਅਨ ਤੱਕ ਦਾ ਯੋਗਦਾਨ ਪਾ ਸਕਦਾ ਹੈ। ਉਸ ਤੋਂ ਬਾਅਦ ਜੇ ਮੈਂ ਇਨਫਰਾਸਟ੍ਰਕਚਰ ਦੀ ਗੱਲ ਕਰਾਂ, ਭਾਰਤ ਆਪਣੇ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਵਿੱਚ ਵੀ ਜੁਟਿਆ ਹੋਇਆ ਹੈ। ਕਿਸੇ ਵੀ ਦੇਸ਼ ਦਾ ਇਨਫਰਾ ਦੇ ਵਿੱਚ ਨਿਵੇਸ਼ ਉਸ ਦੇ ਵਿਕਾਸ ਨੂੰ ਟਿਕਾਊ ਬਣਾਉਂਦਾ ਹੈ। ਭਾਰਤ ਨੇ ਆਪਣੇ ਸੜਕਾਂ ਦੇ ਵਿੱਚ ਵੀ ਬਹੁਤ ਸਾਰਾ ਯੋਗਦਾਨ ਦਿੱਤਾ ਹੈ। ਉਸ ਤੋਂ ਬਾਅਦ ਐਵੀਏਸ਼ਨ ਸੈਕਟਰ ਦੇ ਵਿੱਚ ਵੀ ਬਹੁਤ ਸਾਰਾ ਵਿਕਾਸ ਦੇਖਣ ਨੂੰ ਮਿਲਿਆ ਹੈ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਅਮਰੀਕਾ ਅਤੇ ਚਾਈਨਾ ਤੋਂ ਬਾਅਦ ਭਾਰਤ ਜਿਹੜਾ ਊਰਜਾ ਉਪਭੋਗਤਾ ਦੇ ਵਿੱਚ ਤੀਜਾ ਸਭ ਤੋਂ ਜ਼ਿਆਦਾ ਵੱਡਾ ਦੇਸ਼ ਬਣ ਚੁੱਕਾ ਹੈ। ਇਸੇ ਦੇ ਨਾਲ ਹੀ ਮੈਂ ਇਹ ਕਹਿਣਾ ਚਾਹੂੰਗੀ ਕਿ ਭਾਰਤ ਦੇ ਇਹ ਜਿਹੜੇ ਸੈਕਟਰ ਨੇ ਇਹ ਦਰਸਾਉਂਦੇ ਹਨ ਕਿ ਭਾਰਤ ਕਿਵੇਂ ਤਰੱਕੀ ਦੇ ਵੱਲ ਵਧਦਾ ਜਾ ਰਿਹਾ ਹੈ। ਭਾਰਤ ਦੇ ਇਹ ਤਰੱਕੀ ਦੇ ਰਾਹ ਭਾਰਤ ਦੇ ਮਿਹਨਤਕਸ਼ ਲੋਕਾਂ ਦੀ ਵਜ੍ਹਾ ਕਰਕੇ ਹੈ। ਭਾਰਤ ਦੇ ਲੋਕ ਹਮੇਸ਼ਾ ਤੋਂ ਮਿਹਨਤੀ ਰਹੇ ਹਨ ਤੇ ਮੈਨੂੰ ਆਪਣੇ ਭਾਰਤੀ ਹੋਣ ਤੇ ਮਾਣ ਹੈ ਤੇ ਮੈਂ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਭਾਰਤ ਦੀ ਜਿਹੜੀ ਤਰੱਕੀ ਦੇ ਵਿੱਚ ਹੈ ਉਹ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਭਾਰਤ ਸਾਡਾ ਪ੍ਰਗਤੀਸ਼ੀਲ ਦੇਸ਼ ਤੋਂ ਇੱਕ ਪ੍ਰਗਤੀ ਵਾਲਾ ਦੇਸ਼ ਬਣ ਜਾਵੇ। ਧੰਨਵਾਦ। ਜੈ ਹਿੰਦ, ਜੈ ਭਾਰਤ। ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ। ਨੈਕਸਟ ਪਾਰਟਿਸਿਪੈਂਟ ਕਰਨਵੀਰ। जय हिंद भाइयों और बहनों, मेरा नाम है करणवीर सिंह और मैं 20 वर्ष का हूँ। कुछ दिन पहले अचानक ही मेरे दिल में एक विचार आता है कि कैसा होना चाहिए मेरे सपनों का देश, मेरा महान भारत, मेरे सपनों का देश कैसा होगा। कुछ अध्ययन करने के बाद मुझे ये पता लगा कि मेरे सपनों का भारत निसंकोच कुछ ऐसा ही होगा। उस देश में हिंदू, मुस्लिम, सिख, ईसाई सब होंगे भाई भाई और मेरे देश के नागरिकों में गरीबी दूर होगी, भेदभाव दूर होगा और वो प्रेम से रहेंगे, ना कि लड़ाई करते हुए जैसा कि हम आज देख पा रहे हैं। अब सवाल आता है कि इसको मुमकिन कैसे करना है। इसको मुमकिन करने के लिए हमारे युवा को एक ऐसी सोच की जरूरत है। कैसी सोच की जरूरत है? शहीद आजम भगत सिंह जैसी देशभक्ति की जरूरत है, स्वामी विवेकानंद जैसे विचारों की जरूरत है, गांधी जैसे अहिंसावाद की जरूरत है और हमें आपसी प्रेम की जरूरत है। मेरे देश भारत का सबसे पहला अंक होगा मेरे देश की संप्रभुता। मेरे देश की संप्रभुता अक्षुण्ण होगी। मैं अपने सपनों के देश को प्रगति करते हुए जरूर देखना चाहता हूं। उस देश के नागरिक ऐसे होंगे जो ना केवल सपने दिखाने और देखने के योग्य हों, पर मेरे देश के नागरिक कुछ ऐसे होंगे जो उन सपनों को यकीन में भी बदल दें और उन्हें साकार भी करें। आज अगर मैं इस मंच से मेरे देश की समस्याओं को बिना डिस्कस किए हुए यहाँ से उतर जाता हूँ तो आज ये मेरे लिए बिल्कुल नहीं अच्छा होगा और मैं खुद ही अपने देश का नागरिक नहीं कहला पाऊंगा। आज मैं आपसे कुछ समस्याएं और उसके हल के बारे में बात कर चाहता हूँ। आज मेरे देश का किसान सड़कों पर है,
किसान आंदोलन पे हमने देखा। आज मेरे देश का किसान आत्महत्या कर रहा है। आज मेरे देश का किसान आर्थिक समस्याओं में जूझ रहा है। भाइयों और बहनों, क्या ये सही है? बिल्कुल नहीं। आज हमारे देश में निम्न स्तर के व्यापारी विदेशी पदार्थों से मुकाबला नहीं कर पा रहे। उनकी आर्थिक समस्या उनको बहुत तंग कर रही है। हमें उनको सशक्त करने की जरूरत है। आज पूरा देश दो धड़ों में बट गया है, पक्ष और विपक्ष के। आज एक राजनीतिक संगठन के पक्ष और विपक्ष में बात हो रही है, पर कोई भी मेरे देश को बचाने की बात नहीं कर रहा है। ऊपर से बात करके अंदर से भ्रष्टाचार कर रहा है, और ये हम देख रहे हैं। आज अगर हम न्यूज़ पे देखते हैं तो सबसे बड़ी बात वहां पे इंग्लिश वर्ड ब्लास्फेमी के बारे में बात हो रही है। ब्लास्फेमी क्या है? ब्लास्फेमी का मतलब ईश निंदा। आज के लोग, उनके बीच में से सहनशीलता जा चुकी है। वो दूसरे के धर्म के बारे में ऊंचा नीचा बोल रहे हैं और हाँ, मजाक भी उड़ा रहे हैं। हमारा स्तर इतना गिर गया है। आज जरूरत है महिलाओं को सशक्त करने की, गरीबी हटाने की, भेदभाव दूर करने की। यकीनन अगर ये सब दूर हो जाए तो मेरा क्या, आप सबके सपनों का भारत बन जाएगा। धन्यवाद। जय हिंद।